ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਵਾਕ ਹੈ ਕਵਣ ਸੁ ਅੱਖਰ ਕਵਣ ਗੁਣ ਕਵਣ ਸੁ ਮਣੀਆਂ ਮੰਤ ਕਵਣ ਸੁ ਵੈਸੋ ਹੋ ਕਰੀ ਜਿਤ ਬਸਾਵੇ ਕੰਤ। ਕਿ ਭਾਈ ਉਹ ਕਿਹੜਾ ਅੱਖਰ ਹੈ, ਕਿਹੜਾ ਗੁਣ ਹੈ, ਕਿਹੜਾ ਮੰਤਰ ਹੈ, ਕਿਹੜਾ ਭੇਸ ਹੈ ਜਿਹਦੇ ਕੰਨ ਦੇ ਨਾਲ ਵਾਹਿਗੁਰੂ ਸਾਡੇ ਵਸ ਵਿੱਚ ਆ ਜਾਵੇ। ਅਤੇ ਇਹਦਾ ਜਵਾਬ ਵੀ ਨਾਲ ਹੀ ਦਿੱਤਾ ਗਿਆ ਕਿ ਨਿਬਣ ਸੁ ਅੱਖਰ ਖਵਣ ਗੁਣ ਜੀਵਾ ਮਣੀਆਂ ਮੰਤ ਇਹ ਤੇਰੇ ਭੈਣੇ ਵੇਸ ਕਰ ਤਾਂ ਬਸ ਆਵੇ ਕੰਤ। ਨਿਬਣ ਸੁ ਅੱਖਰ ਨਿਮਰਤਾ, ਇਹ ਵੱਡਾ ਗੁਣ ਪਹਿਲਾਂ ਸਭ ਤੋਂ। ਦੂਸਰਾ ਖਵਣ ਗੁਣ, ਕਿਸੇ ਚੀਜ਼ ਦੀ ਗੱਲ ਨੂੰ, ਕਿਸੇ ਕੌੜੇ ਬਚਨ ਨੂੰ ਜਰ ਜਾਣਾ। ਕਿਸੇ ਐਸੀ ਉਹ ਗੱਲ ਜਿਹੜੀ ਇੰਨੀ ਜ਼ਿਆਦਾ ਕੌੜੀ ਹੋਵੇ, ਕੜਤਣ ਹੋਵੇ, ਉਸ ਗੱਲ ਨੂੰ ਸਹਿਜ ਦੇ ਵਿੱਚ ਹੀ ਅੰਦਰ ਹਾਜ਼ਮ ਕਰ ਲੈਣਾ। ਨਿਬਣ ਸੁ ਅੱਖਰ ਖਵਣ ਗੁਣ ਜੀਵਾ ਮਣੀਆਂ ਮਨ, ਫੇ ਵੀ ਜੀਭ ਦੇ ਨਾਲ ਮਿੱਠੇ ਬਚਨ ਬੋਲਣੇ ਇਹ ਤੇਰੇ ਭੈਣੇ ਵੇਸ ਕਰ। ਕਹਿੰਦੇ ਇਹ ਤਿੰਨੇ ਜਿਹੜੇ ਗੁਣ ਹਨ, ਅਗਰ ਜਿਸ ਗੁਰਮੁਖ ਪਿਆਰੇ ਦੇ ਅੰਦਰ ਵਸ ਜਾਣ ਤਾਂ ਬਸ ਆਵੇ ਕੰਤ। ਕਹਿੰਦੇ ਵਾਹਿਗੁਰੂ ਵੀ ਉਹਦੇ ਵਸ ਦੇ ਵਿੱਚ, ਉਹਦੇ ਪ੍ਰੇਮ ਬਸ ਆਪਣੇ ਆਪ ਹੀ ਹੋ ਜਾਂਦਾ। ਸੋ ਇਹੋ ਜਿਹੇ ਤਿੰਨਾਂ ਗੁਣਾਂ ਦੇ ਮਾਲਕ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਹਰਖਵਾਲੇ ਮਹਾਂਪੁਰਖ। ਕਿਉਂਕਿ ਜਿੰਨੇ ਵੀ ਮਹਾਂਪੁਰਖ ਹੁੰਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਇਹ ਸਾਰੇ ਗੁਣ ਸਹਿਜ ਦੇ ਵਿੱਚ ਹੀ ਪਾਏ ਜਾਂਦੇ ਆ। ਆਪਾਂ ਇੱਥੇ ਗੱਲ ਕੇਵਲ ਅਤੇ ਕੇਵਲ ਉਹਨਾਂ ਮਹਾਂਪੁਰਖਾਂ ਦੀ ਕਰਨੀ ਆ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰਬਾਣੀ ਦੀਆਂ ਕਸੌਟੀਆਂ 'ਤੇ ਲਾ ਕੇ ਪਰਖਿਆ ਅਤੇ ਇਹ ਪਰਖ ਕੇ ਆਪਣੇ ਜੀਵਨ ਦੇ ਵਿੱਚ ਉਹਨੇ ਉੱਚੇ ਮੁਕਾਮਾਂ ਉੱਤੇ ਪਹੁੰਚੇ ਆ ਜਿਸ ਮੁਕਾਮ ਨੂੰ ਗੁਰਬਾਣੀ ਨੇ ਬ੍ਰਹਮ ਗਿਆਨੀ ਦਾ ਖਿਤਾਬ ਉਹਨਾਂ ਨੂੰ ਦਿੱਤਾ ਹੈਗਾ। ਸੋ ਇਹ ਜਿਹੇ ਪੁਰਾਣੀ ਕਰੋੜਾਂ 'ਚ ਕੋਈ ਬਿਰਲੇ ਹੁੰਦੇ ਆ। ਸੋ ਆਓ ਅੱਜ ਆਪਾਂ ਮਹਾਂਪੁਰਖਾਂ ਦੇ ਜੀਵਨ ਦੇ ਉੱਤੇ ਦੇਖਦੇ ਹਾਂ ਕਿ ਉਹਨਾਂ ਦੇ ਅੰਦਰ ਨਿਮਰਤਾ ਅਤੇ ਸਹਿਣਸ਼ੀਲਤਾ ਦਾ ਗੁਣ ਕਿੰਨਾ ਭਾਰੀ ਸੀਗਾ। ਇਸ ਤਰ੍ਹਾਂ ਦੀ ਪਹਿਲੀ ਘਟਨਾ ਦਾਸ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਇੱਕ ਵਾਰ ਬੰਗਾਲ ਦੇ ਵਿੱਚ ਸਾਧੂਆਂ ਦਾ ਇਕੱਠ ਹੋਇਆ। ਉਹ ਜਿਹੜੇ ਇਕੱਠ ਦੇ ਵਿੱਚ ਨਾਂਗੇ ਸਾਧੂਆਂ ਦੀ ਗਿਣਤੀ ਕਾਫੀ ਸੀਗੀ ਅਤੇ ਜਿਹਦੇ ਵਿੱਚ ਸੰਨਿਆਸੀ ਅਤੇ ਹੋਰ ਵੀ ਦੂਸਰੇ ਸਾਧੂ ਜਿਹੜੇ ਸੀ ਇਹਦੇ ਵਿੱਚ ਸ਼ਾਮਲ ਸੀਗੇ। ਇਹਨਾਂ ਸਾਧੂਆਂ ਦੇ ਮੰਡਲ ਦੇ ਵਿੱਚ ਇੱਕ ਵਿਚਾਰ ਝੱਲੀ ਕਿ ਇਹੋ ਜਿਹੇ ਗੁਣਾਂ ਵਾਲਾ ਕੌਣ ਆਦਮੀ ਹੋ ਸਕਦਾ ਕਿ ਜਿਹਦੇ ਵਿੱਚ ਨਿਬਣ ਸੁ ਅੱਖਰ ਖਵਣ ਗੁਣ ਜੀਵਾ ਮਣੀਆਂ ਮੰਤ ਇਹ ਪੰਕਤੀ ਉਹਨਾਂ 'ਤੇ ਲਾਗੂ ਹੋਵੇ। ਫਿਰ ਉਹਦੇ ਵਿੱਚੋਂ ਇੱਕ ਨਾਗਾ ਸਾਧੂ ਸੀਗਾ, ਉਹਨੇ ਸੰਤ ਬਾਬਾ ਜਵਾਲਾ ਸਿੰਘ ਹੋਣਾ ਦੇ ਕਿਸੇ ਟਾਈਮ ਦਰਸ਼ਨ ਕੀਤੇ ਸੀਗੇ। ਉਹਨੇ ਦੱਸਿਆ ਵੀ ਪੰਜਾਬ ਦੀ ਧਰਤੀ ਦੇ ਉੱਤੇ ਸੰਤ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਸੰਤਗੜ੍ਹ ਡੇਰੇ ਦੇ ਅੰਦਰ ਨਿਵਾਸ ਕਰਦੇ ਆ। ਇਹ ਗੁਣ ਉਹਨਾਂ ਦੇ ਅੰਦਰ ਝਲਕਦੇ ਆ। ਜਦ ਇਹ ਗੱਲ ਹੋਈ ਉੱਥੇ ਦਾ ਜਿਹੜਾ ਸੰਨਿਆਸੀ ਸੀਗਾ ਸਾਧੂ ਉਹ ਨਾ ਮੰਨੇ, ਕਹਿੰਦਾ ਕਦੀ ਹੋ ਨਹੀਂ ਸਕਦਾ। ਗੱਲ ਕੀ ਆ, ਅਤੇ ਨਾਂਗੇ ਸਾਧੂ ਸਾਰੇ ਕਹਿਣ ਲੱਗੇ ਕਿ ਇਹ ਨਾਂਗਾ ਜਿਹੜਾ ਸਾਧੂ ਹੈ ਝੂਠ ਨਹੀਂ ਬੋਲਦਾ, ਇਹਨੇ ਜੋ ਦੇਖਿਆ ਉਹ ਹੀ ਹਕੀਕਤ ਨੂੰ ਬਿਆਨ ਕਰਦਾ ਹੈ। ਫਿਰ ਉਹ ਸੰਨਿਆਸੀ ਸਾਧੂ ਕਹਿੰਦਾ ਠੀਕ ਹੈ, ਜਦ ਤੱਕ ਮੈਂ ਆਪਣੀ ਅੱਖੀਂ ਅਜਮਾ ਕੇ ਨਹੀਂ ਦੇਖ ਲੈਂਦਾ ਅਸੀਂ ਇਹਦੀ ਗੱਲ ਦੇ ਉੱਤੇ ਭਰੋਸਾ ਨਹੀਂ ਕਰਨਾ। ਉਹ ਸੰਨਿਆਸੀ ਸਾਧੂ ਫਿਰ ਬੰਗਾਲ ਤੋਂ ਤੁਰ ਕੇ ਪੰਜਾਬ ਪਹੁੰਚਿਆ। ਜਦ ਸੰਤਗੜ੍ਹ ਡੇਰੇ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਇਆ, ਇੱਥੇ ਆਉਂਦਿਆਂ ਸਾਰੀ ਉਹਨੇ ਸਾਰੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਪੁੱਛਿਆ ਵੀ ਜਵਾਲਾ ਸਿੰਘ ਕਿੱਥੇ ਆ। ਦੇਖੋ ਜਦ ਇੰਨੀ ਗੱਲ ਹੋਈ ਤਾਂ ਸੇਵਾਦਾਰਾਂ ਨੇ ਵੀ ਉਹਦੇ ਵੱਲ ਦੇਖਿਆ ਵੀ ਇਹ ਸਾਧੂ ਸੰਨਿਆਸੀ ਕੌਣ ਹੈ ਜਿਹੜਾ ਮਹਾਂਪੁਰਖਾਂ ਦਾ ਸਨਮਾਨ ਜਿਹੜਾ ਹੈਗਾ ਜਾਂ ਨਾਂ ਹੈ ਉਹ ਆਦਰ ਦੇ ਨਾਲ ਨਹੀਂ ਲੈਂਦਾ। ਖੈਰ ਉਹਨਾਂ ਨੇ ਇਹ ਮੰਨ ਜਿਆ ਵੀ ਹੋ ਸਕਦਾ ਕੋਈ ਸਿੱਧਾ ਸਾਦਾ ਆਦਮੀ ਹੋਊਗਾ। ਅਤੇ ਉਹਨਾਂ ਡੇਰੇ ਵਾਲਿਆਂ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਉਸ ਸਾਧੂ ਨੂੰ ਕਹਿ ਤਾ ਕਿ ਮਹਾਂਪੁਰਖ ਬਾਹਰ ਰੇਤਾ ਦੇ ਉੱਤੇ ਲੰਮੇ ਪਏ ਆਰਾਮ ਕਰ ਰਹੇ ਆ। ਉਹ ਸੰਨਿਆਸੀ ਬਾਹਰ ਚਲੇ ਗਿਆ। ਜਦ ਬਾਹਰ ਗਿਆ ਉਹਨੇ ਕੀ ਦੇਖਿਆ, ਬਾਬਾ ਜਵਾਲਾ ਸਿੰਘ ਹੁਣਾਂ ਨੇ ਆਪਣੇ ਮੂੰਹ ਦੇ ਉੱਤੇ ਇੱਕ ਚਾਦਰ ਲਈ ਉਹ ਆ ਅਤੇ ਰੇਤਾ ਦੇ ਉੱਤੇ ਆਰਾਮ ਦੇ ਨਾਲ ਲੰਮੇ ਪਏ ਆ। ਉਹ ਸੰਨਿਆਸੀ ਨੇ ਜਾਂਦਿਆਂ ਹੀ ਬਾਬਾ ਜਵਾਲਾ ਸਿੰਘ ਦੇ ਜ਼ੋਰ ਦੀ ਲੱਤ ਕੱਢ ਮਾਰੀ। ਜਦੋਂ ਲੱਤ ਕੱਢ ਮਾਰੀ ਤਾਂ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਪਣੇ ਹੱਥ ਬਾਹਰ ਕੱਢ ਕੇ ਉਹ ਸਾਧੂ ਦੇ ਪੈਰ ਫੜ ਲਿਆ। ਪੈਰ ਫੜ ਕੇ ਤਾਂ ਉਹਨੂੰ ਬੜੇ ਪ੍ਰੇਮ ਦੇ ਨਾਲ ਘੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਬੜੇ ਪ੍ਰੇਮ ਦੇ ਨਾਲ ਘੁੱਟਣਾ ਸ਼ੁਰੂ ਕਰ ਦਿੱਤਾ, ਉਹ ਸੰਨਿਆਸੀ ਜਿਹੜਾ ਸੀਗਾ ਉਹ ਬੋਲ ਪਿਆ ਉੱਚੀ ਦੇਣੀ, ਕਹਿਣ ਲੱਗਾ, ਕਹਿੰਦਾ ਦੇਖੋ ਕਹਿੰਦਾ ਕਿੱਡਾ ਪਖੰਡ ਕਰਨ ਲੱਗਿਆ ਹੈਗਾ। ਜਦ ਇੰਨੀ ਗੱਲ ਹੋਈ ਆ ਤਾਂ ਉਹਨੇ ਹੋਰ ਵੀ ਇੱਕ ਦੋ ਗੱਲਾਂ ਕੌੜੀਆਂ ਮਹਾਂਪੁਰਖਾਂ ਨੂੰ ਬਚਨ ਬੋਲੇ ਅਤੇ ਨਾਲ ਹੀ ਦੂਸਰੀ ਲੱਤ ਜਿਹੜੀ ਸੀਗੀ ਉਹ ਵੀ ਜ਼ੋਰ ਨਾਲ ਕੱਢ ਮਾਰੀ।
ਜਦੋਂ ਕੱਢ ਮਾਰੀ ਤਾਂ ਬਾਬਾ ਜਵਾਲਾ ਸਿੰਘ ਹੋਣੀ ਇਸੇ ਤਰ੍ਹਾਂ ਉੱਠ ਕੇ ਬੈਠ ਗਏ। ਕਹਿਣ ਲੱਗੇ, ਕਹਿੰਦੇ ਵੀ ਤੁਹਾਡਾ ਜਿਹੜਾ ਇਹ ਕਰਮ ਆ ਨਾ ਲੱਤਾਂ ਮਾਰਨ ਦਾ ਬਿਲਕੁਲ ਯੋਗ ਹੈਗਾ। ਕਿਉਂਕਿ ਇਹ ਸਰੀਰ ਨੂੰ ਇਹ ਦੰਡ ਮਿਲਣਾ ਹੀ ਚਾਹੀਦਾ ਸੀਗਾ ਕਿ ਮੈਂ ਆਏ ਗਏ ਸਾਧੂ ਦੇ ਸਨਮਾਨ ਦੇ ਵਿੱਚ ਉੱਠ ਕੇ ਉਹਦਾ ਸਤਿਕਾਰ ਨਹੀਂ ਕੀਤਾ। ਜਦੋਂ ਇੰਨੀ ਗੱਲ ਹੋਈ ਤਾਂ ਉਹ ਸੰਨਿਆਸੀ ਹੱਕਾ ਬੱਕਾ ਹੋ ਗਿਆ ਕਿ ਮੈਂ ਤਾਂ 2 ਲੱਤਾਂ ਮਾਰੀਆਂ ਅਤੇ ਇਹ ਮੈਨੂੰ ਕਹਿੰਦਾ ਕਿ ਇਹ ਸਰੀਰ ਨੂੰ ਦੰਡ ਦੇਣੇ ਯੋਗ ਹੈਗਾ, ਮੈਂ ਤੁਹਾਡਾ ਉੱਠ ਕੇ ਸਤਿਕਾਰ ਨਹੀਂ ਕਰ ਸਕਿਆ। ਬਸ ਉਹ ਸੰਨਿਆਸੀ ਦੇ ਮਨ ਦੇ ਵਿੱਚ ਜਦੋਂ ਇਹ ਗੱਲ ਮਹਾਂਪੁਰਖਾਂ ਦੀ ਪਈ, ਬਸ ਉਹਦਾ ਜਿਹੜਾ ਮਨ ਸੀ ਅੰਦਰੋਂ ਦਰਬ ਗਿਆ। ਉਸੇ ਟਾਈਮ ਹੀ ਭੁੱਬਾ ਮਾਰ ਉਹ ਰੋਣਾ ਲੱਗ ਪਿਆ। ਉਹਨੇ ਸੰਤ ਬਾਬਾ ਜਵਾਲਾ ਸਿੰਘ ਹੋਣਾ ਦੇ ਚਰਨ ਫੜ ਲਏ ਅਤੇ ਚਰਨ ਫੜ ਕੇ ਕਹਿਣ ਲੱਗਾ ਜੀ ਮੈਂ ਬੰਗਾਲ ਤੋਂ ਆਇਆ, ਅਸਲ ਵਿੱਚ ਮੈਂ ਤੁਹਾਡੇ ਬਾਰੇ ਸੁਣਿਆ ਸੀਗਾ ਕਿ ਤੁਹਾਡੇ ਅੰਦਰ ਸਹਿਨਸ਼ੀਲਤਾ ਅਤੇ ਨਿਮਰਤਾ ਦਾ ਭੰਡਾਰ ਭਰਿਆ ਪਿਆ ਹੈਗਾ, ਪਰ ਅੱਜ ਮੈਂ ਅੱਖੀਂ ਦੇਖ ਲਿਆ ਕਿ ਜੋ ਮੈਂ ਸੁਣਿਆ ਸੀਗਾ ਤੁਸੀਂ ਉਹ ਤੋਂ ਵੱਧ ਕੇ ਵੀ ਬਹੁਤ ਜ਼ਿਆਦਾ ਹੋ। ਜਦ ਇਹ ਗੱਲ ਹੋਈ ਤਾਂ ਬਾਬਾ ਜਵਾਲਾ ਸਿੰਘ ਹੁਣੀ ਉਹਦੇ ਸਾਹਮਣੇ ਮੁਸਕਰਾ ਪਏ ਅਤੇ ਸੰਨਿਆਸੀ ਨੂੰ ਕਹਿਣ ਲੱਗੇ, ਕਹਿੰਦੇ ਦੇਖ ਭਾਈ, ਅਸਲ ਦੇ ਵਿੱਚ ਤੂੰ ਵੀ ਤਾਂ ਸਾਧੂ ਹੈਗਾ, ਅਗਰ ਕੋਈ ਤੇਰੀ ਇਸ ਤਰ੍ਹਾਂ ਪ੍ਰੀਖਿਆ ਲੈਣੀ ਚਾਹੇ ਤਾਂ ਫਿਰ ਦੱਸ ਤੂੰ ਉਹਦੇ ਵਿੱਚ ਕਿਵੇਂ ਆਪਣੇ ਆਪ ਨੂੰ ਸਿੱਧ ਕਰੇਂਗਾ ਸਾਧੂ ਦਾ ਗੁਣ। ਜਾਂ ਇੰਨੀ ਗੱਲ ਹੋਈ ਤਾਂ ਫਿਰ ਉਹ ਸੰਨਿਆਸੀ ਜਿਹੜਾ ਸੀਗਾ ਚੁੱਪ ਕਰ ਗਿਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਬਾਬਾ ਜੀ ਦੇ ਅੰਦਰ ਜਿਹੜੀ ਨਿਮਰਤਾ ਦਾ ਗੁਣ ਅਤੇ ਬਾਬਾ ਜੀ ਦੇ ਅੰਦਰ ਸਹਿਨਸ਼ੀਲਤਾ, ਇਹਦੇ ਭੰਡਾਰ ਭਰੇ ਪਏ ਸੀ। ਸੋ ਦੂਸਰੀ ਘਟਨਾ ਮਹਾਂਪੁਰਖਾਂ ਦੇ ਡੇਰੇ ਦੀ ਆ ਕਿ ਮਹਾਂਪੁਰਖਾਂ ਦੇ ਸੰਤਗੜ੍ਹ ਡੇਰੇ ਦੇ ਅੰਦਰ ਇੱਕ ਵਾਰੀ ਸੁਖਮਨੀ ਸਾਹਿਬ ਦੇ ਪਾਠ ਦੀ ਕਥਾ ਵਿਆਖਿਆ ਜਿਹੜੀ ਰੋਜ਼ ਦੀ ਤਰ੍ਹਾਂ ਚੱਲਦੀ ਹੁੰਦੀ ਸੀ। ਇੱਕ ਵਾਰੀ ਅੰਮ੍ਰਿਤ ਵੇਲੇ ਜਦ ਸੁਖਮਨੀ ਸਾਹਿਬ ਦੀ ਕਥਾ ਵਿਚਾਰ ਬ੍ਰਹਮ ਗਿਆਨੀ ਦੀ ਅਸ਼ਟਪਦੀ ਦੇ ਉੱਤੇ ਚੱਲ ਰਹੀ ਸੀਗੀ ਅਤੇ ਕੁਦਰਤੀ ਉਹਦੇ ਉੱਤੇ ਵਿਚਾਰਾਂ ਜਿਹੜੀਆਂ ਸੀਗੀਆਂ ਬੜੀਆਂ ਡੂੰਘੀਆਂ ਚੱਲ ਰਹੀਆਂ ਸੀਗੀਆਂ। ਬ੍ਰਹਮ ਗਿਆਨੀਆਂ ਦੇ ਲੱਛਣ ਅਤੇ ਗੁਣਾਂ 'ਤੇ ਵਿਚਾਰ ਜਿਹੜੀ ਸੀਗੀ ਬੜੀ ਵਧੀਆ ਚੱਲ ਰਹੀ ਸੀ। ਸੰਗਤਾਂ ਦਾ ਬੜਾ ਇਕੱਠ ਸੀ। ਸਾਰੀਆਂ ਸੰਗਤਾਂ ਜਿਹੜੀਆਂ ਸੀ ਨਾ ਬੜੇ ਪਿਆਰ ਦੇ ਨਾਲ ਇਹ ਕਥਾ ਸਰਵਣ ਕਰ ਰਹੀਆਂ ਸੀਗੀਆਂ। ਜਦ ਕਥਾ ਦਾ ਭੋਗ ਪੈਣ ਹੀ ਲੱਗਾ ਅਤੇ ਇੱਕ ਸੰਤ ਗੁਰਬਚਨ ਸਿੰਘ ਜਿਹੜੇ ਡੇਰੇ ਵਿੱਚ ਹੀ ਸੀ, ਜਿਹਨਾਂ ਨੂੰ ਅਸੀਂ ਘੋੜਿਆਂ ਵਾਲੇ ਕਹਿੰਦੇ ਹਾਂ, ਉਹ ਉੱਠ ਕੇ ਖੜ੍ਹੇ ਹੋ ਗਏ ਸੰਗਤ ਦੇ ਵਿੱਚ। ਜਦ ਖੜ੍ਹੇ ਹੋ ਗਏ ਨੂੰ ਉੱਠਦਿਆਂ ਸਾਰੀ ਬਾਬਾ ਜਵਾਲਾ ਸਿੰਘ ਨੂੰ ਇਹ ਗੱਲ ਕਹਿ ਦਿੱਤੀ। ਕਹਿਣ ਲੱਗੇ, ਓਏ ਜਵਾਲਾ ਸਿਆਂ, ਕਹਿੰਦੇ ਬ੍ਰਹਮ ਗਿਆਨੀ ਕਹਿੰਦੇ ਕਈ ਚਿਰ ਹੋ ਗਿਆ ਤੂੰ ਕਹਿੰਦੇ ਇਹ ਲਫ਼ਜ਼ ਘੋਟੀ ਜਾਂਦਾ, ਕਹਿੰਦੇ ਕਿਸੇ ਨੂੰ ਬ੍ਰਹਮ ਗਿਆਨ ਜ਼ਿੰਦਗੀ 'ਚ ਦਿੱਤਾ ਵੀ ਆ ਜਾਂ ਐਵੇਂ ਹੀ ਬਕਵਾਸ ਕਰੀ ਜਾਂਦਾ। ਦੇਖੋ ਜਦੋਂ ਇਸ ਤਰ੍ਹਾਂ ਦੇ ਜਿਹੜੇ ਵਚਨ ਸੀਗੇ ਇਹ ਸੰਤ ਗੁਰਬਚਨ ਸਿੰਘ ਹੋਣਾ ਜਿਹੜੇ ਘੋੜਿਆਂ ਵਾਲੇ ਸੀ ਉਹਨੇ ਭਰੇ ਦੀਵਾਨ 'ਚ ਬਾਬਾ ਜਵਾਲਾ ਸਿੰਘ ਹੋਣਾ ਦੇ ਅੱਗੇ ਕਰ ਦਿੱਤੇ। ਸਾਰੀ ਸੰਗਤ ਹੱਕੀ ਬੱਕੀ ਹੋ ਗਈ ਜਦੋਂ ਇਹ ਵਚਨ ਸੁਣੇ ਅਤੇ ਮਨ ਵਿੱਚ ਹੈਰਾਨ ਵੀ ਹੋ ਗਿਆ ਵੀ ਇਹ ਗੁਰਬਚਨ ਸਿੰਘ ਹੁਣ ਉਹਨਾਂ ਨੂੰ ਕੀ ਹੋ ਗਿਆ ਹੈਗਾ। ਪਰ ਮਹਾਂਪੁਰਖ ਜਿਹੜੇ ਸੀ ਬਾਬਾ ਜਵਾਲਾ ਸਿੰਘ ਉਹ ਕੁਛ ਨਹੀਂ ਬੋਲੇ। ਇੰਨੇ ਤਿੱਖੇ ਬਚਨਾਂ ਨੂੰ ਉਹਨੇ ਸੁਣਿਆ ਕਰਕੇ ਆਪਣੀ ਕੁਟੀਆ ਵੱਲ ਨੂੰ ਚਲੇ ਗਏ। ਜਦ ਬਾਬਾ ਜੀ ਕੁਟੀਆਂ ਵੱਲ ਨੂੰ ਗਏ, ਉੱਥੇ ਕੁਟੀਆ ਦੇ ਵਿੱਚ ਜਿੰਨੀ ਸੰਗਤ ਅੰਦਰ ਕਥਾ ਸੁਣਦੀ ਸਾਰੀ ਕੁਟੀਆ ਦੇ ਕੋਲ ਪਹੁੰਚ ਗਈ ਅਤੇ ਉੱਥੇ ਆਲੇ ਦੁਆਲੇ ਬੜਾ ਇਕੱਠ ਹੋ ਗਿਆ ਅਤੇ ਸਾਰਿਆਂ ਸੰਗਤਾਂ ਨੇ ਇਹ ਪੁੱਛਿਆ ਵੀ ਇਹ ਗੁਰਬਚਨ ਸਿੰਘ ਜਿਹੜਾ ਇਹ ਤੁਹਾਨੂੰ ਬਹੁਤ ਮੰਦਾ ਚੰਗਾ ਇਹਨੇ ਉਸ ਦੀਵਾਨ ਦੇ ਵਿੱਚ ਬੋਲਿਆ ਅਤੇ ਇਹਨੂੰ ਸਜ਼ਾ ਦੇਣਾ ਜ਼ਰੂਰੀ ਆ। ਪਹਿਲੀ ਤਾਂ ਗੱਲ ਇਹ ਆ ਵੀ ਤੁਸੀਂ ਇਹਨੂੰ ਸੰਤਗੜ੍ਹ ਡੇਰੇ ਦੇ ਵਿੱਚੋਂ ਬਾਹਰ ਕੱਢ ਦਿਓ। ਜਦ ਇਸ ਤਰ੍ਹਾਂ ਦੀਆਂ ਜਿਹੜੀਆਂ ਸੀਗੀਆਂ ਸੰਗਤ ਦੇ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਕੀਤੀਆਂ ਅਤੇ ਬਾਬਾ ਜੀ ਨੇ ਆਖਿਆ, ਕਹਿੰਦੇ ਦੇਖੋ ਭਾਈ, ਪਹਿਲਾਂ ਤਾਂ ਇਹ ਦੇਖੋ ਵੀ ਜਿਹੜਾ ਗੁਰਬਚਨ ਸਿੰਘ ਵਾ ਇਹ ਡੇਰੇ ਵਿੱਚ ਕਰਨ ਕੀ ਆਇਆ। ਸਾਰੀ ਸੰਗਤ ਕਹਿੰਦੀ ਬਾਬਾ ਜੀ ਵੀ ਇੱਕ ਪਹਿਲੀ ਗੱਲ ਤਾਂ ਵੀ ਇਹ ਜਦੋਂ ਆਇਆ ਸੀ ਇਹਨੇ ਮੈਨੂੰ ਕਹਿ ਦਿੱਤਾ ਸੀਗਾ ਤੁਹਾਨੂੰ ਕਿ ਤੁਸੀਂ ਮੈਨੂੰ ਆਪਣਾ ਸੇਵਕ ਬਣਾ ਲਓ ਅਤੇ ਮੈਂ ਤੁਹਾਡੇ ਕੋਲ ਜਿਹੜੀ ਪਰਮਾਰਥ ਦੀ ਸਿੱਧੀ ਆ ਇਹ ਪ੍ਰਾਪਤ ਕਰਨੀ ਹੈ। ਅਤੇ ਮਹਾਂਪੁਰਖ ਕਹਿੰਦੇ ਵੀ ਜਿਹੜਾ ਇੰਨੀ ਨਿਮਰਤਾ ਨਾਲ ਉਸ ਟਾਈਮ ਆਇਆ ਸੀ ਪਰਮਾਰਥ ਦੀ ਸਿੱਧੀ ਵਾਸਤੇ ਆਇਆ ਸੀਗਾ, ਫਿਰ ਉਹ ਸਾਨੂੰ ਕੌੜੇ ਵਚਨ ਕਿਵੇਂ ਬੋਲ ਸਕਦਾ ਹੈਗਾ। ਜਦ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਬਾਬਾ ਜਵਾਲਾ ਸਿੰਘ ਸੰਗਤ ਨੂੰ ਸਮਝਾਈਆਂ ਅਤੇ ਸੰਗਤ ਦੇ ਪ੍ਰੇਮੀ ਕਹਿਣ ਲੱਗੇ ਜੀ ਸਾਡੇ ਸਾਹਮਣੇ ਹੀ ਉਹਨੇ ਭਰੇ ਦੀਵਾਨ ਦੇ ਵਿੱਚ ਤੁਹਾਨੂੰ ਮੰਦੇ ਚੰਗੇ ਲਫ਼ਜ਼ ਬੋਲੇ ਆ। ਅਤੇ ਬਾਬਾ ਜੀ ਕਹਿਣ ਲੱਗੇ ਨਹੀਂ ਭਾਈ, ਗੁਰਬਚਨ ਸਿੰਘ ਹੁਣਾਂ ਨੇ ਸਾਨੂੰ ਚੰਗੇ ਮੰਦੇ ਲਫ਼ਜ਼ ਨਹੀਂ ਬੋਲੇ। ਅੱਜ ਵਾਹਿਗੁਰੂ ਨੇ ਸਾਡਾ ਭਰੀ ਸੰਗਤ ਦੇ ਵਿੱਚ ਇਮਤਿਹਾਨ ਲਿਆ ਹੈ, ਕਿਉਂਕਿ ਭਰੀ ਸੰਗਤ ਦੇ ਵਿੱਚ ਬ੍ਰਹਮ ਗਿਆਨੀ ਜੀ ਅਸ਼ਟਪਦੀਆਂ ਦੇ ਉੱਤੇ ਜਿੰਨੀ ਵੀ ਵਿਚਾਰ ਸੀਗੀ ਉਹ ਚੱਲ ਰਹੀ ਸੀਗੀ ਅਤੇ ਵਾਹਿਗੁਰੂ ਜੀ ਨੇ ਸਾਨੂੰ ਇਹ ਪਰਖ ਕੇ ਦੇਖਿਆ ਸੀਗਾ ਕਿ ਇਹ ਬ੍ਰਹਮ ਗਿਆਨੀ ਦੇ ਜਿਹੜੇ ਲੱਛਣ ਵਾ ਕਿ ਜਵਾਲਾ ਸਿੰਘ ਦੇ ਅੰਦਰ ਵੀ ਪ੍ਰਗਟ ਹੋਏ ਕਿ ਨਹੀਂ ਹੋਏ। ਇਸੇ ਕਰਕੇ ਹੀ ਇਸ ਦੀ ਰਚਨਾ ਦੇ ਉੱਤੇ ਪਰਮੇਸ਼ਰ ਨੇ ਇਹ ਵਾਕ ਕਹਾਏ ਸੀਗੇ।
ਜਦ ਇੰਨੀ ਗੱਲ ਹੋਈ ਆ ਤੇ ਸਾਰੇ ਫਿਰ ਜਿਹੜੇ ਸੱਜਣ ਸੀਗੇ, ਜੋ ਸੰਗਤ ਦੇ ਪ੍ਰੇਮੀ ਸੀਗੇ, ਬਾਬਾ ਜਵਾਲਾ ਸਿੰਘ ਹੋਣਾ ਦੇ ਇਹ ਬਚਨ ਸੁਣ ਕੇ ਫਿਰ ਚੁੱਪ ਕਰ ਗਏ ਤੇ ਫਿਰ ਕਹਿਣ ਲੱਗੇ, ਫੇਰ ਤਾਂ ਮਹਾਂਪੁਰਖੋ ਅਸੀਂ ਤਾਂ ਇਹਦੇ ਬਾਰੇ ਕੁਛ ਨਹੀਂ ਜਾਣਦੇ, ਕਿਉਂਕਿ ਢਾਡੀਆਂ ਫਿਰ ਤੁਸੀਂ ਹੀ ਜਾਣਦੇ ਆ। ਇਸ ਕਰਕੇ ਮਹਾਂਪੁਰਖਾਂ ਨੇ ਜਿਹੜੇ ਸੰਤ ਗੁਰਬਚਨ ਸਿੰਘ ਸੀ ਘੋੜਿਆਂ ਵਾਲੇ ਉਹਨਾਂ ਦੀ ਕਿਸੇ ਗੱਲ ਦਾ ਬੁਰਾ ਨਹੀਂ ਮਨਾਇਆ, ਕਿਉਂਕਿ ਅੰਦਰਲੀ ਸਾਰੀ ਜਿਹੜੀ ਘਟਨਾ ਸੀ ਹੈ ਨਾ, ਇਹ ਬਾਬਾ ਜਵਾਲਾ ਸਿੰਘ ਨੂੰ ਸਹਿਜ ਵਿੱਚ ਹੀ ਪਤਾ ਸੀਗਾ ਕਿ ਇਹਦੀ ਰਚਨਾ ਦੇ ਉੱਤੇ ਪਰਮੇਸ਼ਰ ਨੇ ਸਾਡੇ ਪਰਖਣ ਵਾਸਤੇ ਇਹਦੇ ਤੋਂ ਇਹ ਬਚਨ ਕਹਾਏ ਸੀਗੇ। ਇਸੇ ਤਰ੍ਹਾਂ ਨਾ ਇੱਕ ਭਾਈ ਗੁਰਬਖਸ਼ ਸਿੰਘ ਜੀ ਹੋਏ ਆ, ਜਿਹੜੇ ਭਾਈ ਗੁਰਬਖਸ਼ ਸਿੰਘ ਸੀਗੇ ਹੈ ਨਾ, ਇਹ ਵੀ ਇੱਕ ਵਾਰ ਸੰਗਤ ਦੇ ਵਿੱਚ ਆਏ ਆ ਅਤੇ ਸੰਗਤ ਦੇ ਵਿੱਚ ਬਾਬਾ ਜਵਾਲਾ ਸਿੰਘ ਹੁਣੀ ਬਚਨ ਕਰ ਰਹੇ ਸੀਗੇ। ਬਚਨ ਜਿਹੜੇ ਸੀ ਇੰਨੇ ਮਧੁਰ ਸੀਗੇ, ਲੇਕਿਨ ਇਹ ਜਿਹੜੇ ਭਾਈ ਗੁਰਬਖਸ਼ ਸਿੰਘ ਸੀਗੇ ਹੈ ਨਾ, ਇਹ ਬੜੇ ਸ਼ੰਕਾਵਾਦੀ ਸੀ, ਦੂਸਰੇ ਇਹ ਨਾ ਕੱਟੜ ਸੁਭਾਅ ਦੇ ਬੜੇ ਸੀਗੇ। ਇੰਨੇ ਆਉਂਦੇ ਸਾਰੀ ਹੈ ਨਾ ਗੁਰਬਖਸ਼ ਸਿੰਘ ਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਫਤਿਹ ਬੁਲਾਈ ਆ ਅਤੇ ਬਾਬਾ ਜਵਾਲਾ ਸਿੰਘ ਹੁਣੀ ਵੀ ਉੱਠ ਕੇ ਖੜ੍ਹ ਗਏ। ਬਾਬਾ ਜਵਾਲਾ ਸਿੰਘ ਹੁਣਾਂ ਨੇ ਦੋਨੇ ਹੱਥ ਜੋੜ ਕੇ ਬੜੇ ਨਿਮਰਤਾ ਸਹਿਤ ਇਸ ਸਿੰਘ ਜਿਹੜਾ ਸੀਗਾ ਆਪਣੇ ਆਪ ਨੂੰ ਕਹਾਉਂਦਾ, ਇਹਨੂੰ ਫਤਿਹ ਬੁਲਾਤੀ। ਜਦ ਫਤਿਹ ਬੁਲਾਤੀ ਤਾਂ ਬਾਬਾ ਜਵਾਲਾ ਸਿੰਘ ਹੁਣੀ ਫਿਰ ਉਸੇ ਤਰ੍ਹਾਂ ਆਪਣੇ ਬਚਨ ਸੰਗਤ ਨੂੰ ਸੁਣਾਉਣ ਲੱਗ ਪਏ। ਇਹ ਜਿਹੜਾ ਸੱਜਣ ਸੀਗਾ ਇਹ ਵੀ ਬੈਠਾ ਬਚਨ ਸੁਣੀ ਗਿਆ। ਗੁਰਬਖਸ਼ ਸਿੰਘ ਹੁਣੀ ਸੁਣਦੇ ਉਹਨੇ ਦੇਖਿਆ ਵੀ ਕਿਸੇ ਤਰ੍ਹਾਂ ਵੀ ਹੈ ਨਾ ਬਚਨਾਂ ਦੇ ਵਿੱਚ ਮੈਨੂੰ ਕੋਈ ਗੱਲ ਨਹੀਂ ਉਤਰਦੀ ਵੀ ਕਿਵੇਂ ਨਾ ਕਿਵੇਂ ਹੈ ਨਾ ਬਾਬਾ ਜਵਾਲਾ ਸਿੰਘ ਹੁਣਾਂ ਦੀ ਭਰੀ ਸੰਗਤ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀ ਪੱਤ ਜਿਹੜੀ ਹੈ ਨਾ ਇੰਨੀ ਚੜ੍ਹਾਈ ਹੈਗੀ ਆ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਤੋੜਿਆ ਜਾਵੇ। ਇਸ ਕਰਕੇ ਉਹ ਪੁਆਇੰਟ ਲੱਭਦੇ ਰਹੇ, ਲੇਕਿਨ ਉਹਨਾਂ ਨੂੰ ਹੈ ਨਾ ਕੋਈ ਵੀ ਐਸੀ ਗੱਲ ਨਹੀਂ ਲੱਭੀ ਕਥਾ ਵਿਚਾਰ ਦੇ ਵਿੱਚ ਵੀ ਜਿਹਦੇ ਨਾਲ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਸੰਗਤ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹ ਨੰਗਾ ਕੀਤਾ ਜਾ ਸਕੇ। ਜਦ ਇੰਨੀ ਗੱਲ ਹੋਈ ਤਾਂ ਇਹ ਚੁੱਪ ਕਰ ਗਿਆ। ਚੁੱਪ ਕਰਦੇ ਅਖੀਰ ਇਹ ਸੋਚਣ ਲੱਗ ਪਿਆ ਵੀ ਹੁਣ ਕਰਾਂ ਤਾਂ ਕੀ ਨਾ ਕਰਾਂ। ਕਰਦੇ ਫਿਰ ਕਹਿੰਦੇ ਹੁੰਦੇ ਆ, ਜਿਵੇਂ ਇਹੋ ਜਿਹੇ ਜਿਹੜੇ ਤਰਕਵਾਦੀ ਆਦਮੀ ਹੁੰਦੇ ਹਨ ਨਾ, ਮਹਾਂਪੁਰਖ ਦੱਸਦੇ ਇਹਨਾਂ ਦਾ ਸੁਭਾਅ ਇਹ ਉਸ ਕੀੜੀ ਦੀ ਤਰ੍ਹਾਂ ਹੁੰਦਾ ਵੀ ਚਾਹੇ ਉਹ ਰਾਜ ਮਹਿਲ ਦੇ ਅੰਦਰ ਵੀ ਕੀੜੀ ਕਿਉਂ ਨਾ ਚੱਲ ਜਾਵੇ, ਪਰ ਉੱਥੇ ਰਾਜ ਮਹਿਲ ਦੇ ਜਿੰਨੇ ਵੀ ਸੁੱਖ ਸਹੂਲਤਾਂ ਦੀਆਂ ਵਸਤੂਆਂ ਲੱਗੀਆਂ ਹੁੰਦੀਆਂ ਉਹਨਾਂ ਸਾਰੀਆਂ ਨੂੰ ਛੱਡ ਕੇ ਇਹ ਕੀੜੀ ਹੈ ਨਾ ਹਮੇਸ਼ਾ ਤੇੜੀ ਭਾਲਦੀ ਆ। ਬਸ ਇਸ ਤਰ੍ਹਾਂ ਦੇ ਇਹ ਜਿਹੜੇ ਤਰਕਵਾਦੀ ਇਹਨਾਂ ਦਾ ਸੁਭਾਅ ਹੁੰਦਾ ਕਿ ਕੋਈ ਨਾ ਕੋਈ ਐਸੀ ਗੱਲ ਲੱਭੀ ਜਾਵੇ ਜਿਹਦੇ ਗੱਲ ਦਾ ਜਿਹੜਾ ਹੈ ਉਹ ਸਾਰਾ ਰੌਲਾ ਪਾਇਆ ਜਾਵੇ। ਜਦ ਇਸ ਗੁਰਬਖਸ਼ ਸਿੰਘ ਸੱਜਣ ਨੇ ਦੇਖਿਆ ਵੀ ਕੋਈ ਗੱਲ ਨਹੀਂ ਬਣੀ ਤਾਂ ਫਿਰ ਉਹਨੇ ਇੱਕ ਗੱਲ ਮਹਾਂਪੁਰਖਾਂ ਨੂੰ ਕਹਿ ਤੀ। ਉਹ ਕਹਿਣ ਲੱਗੇ, ਜੀ ਬਾਕੀ ਤਾਂ ਠੀਕ ਆ, ਪਰ ਇੱਕ ਗੱਲ ਤੁਹਾਡੇ 'ਚ ਬਹੁਤ ਮਾੜੀ ਆ। ਅਤੇ ਸਾਰੀ ਸੰਗਤ ਬਾਬਾ ਜਵਾਲਾ ਸਿੰਘ ਹੁਣਾਂ ਦੇਖਣ ਲੱਗ ਪਈ ਤਾਂ ਗੁਰਬਖਸ਼ ਸਿੰਘ ਕਹਿਣ ਲੱਗਾ, ਕਹਿੰਦਾ ਜੀ ਉਹ ਤੁਹਾਡੀ ਗੱਲ ਇਹ ਮਾੜੀ ਆ ਕਿ ਜਿੰਨੀ ਵੀ ਸੰਗਤ ਆਉਂਦੀ ਮੈਂ ਦੇਖਦਾ ਤੁਸੀਂ ਸਾਰੀ ਸੰਗਤ ਤੋਂ ਮੱਥੇ ਟਿਕਾਉਂਦੇ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜਵਾਲਾ ਸਿੰਘ ਹੀ ਕਹਿਣ ਲੱਗੇ, ਕਹਿੰਦੇ ਭਾਈ ਮੈਂ ਤਾਂ ਸੰਗਤ ਨੂੰ ਕਹਿੰਦਾ ਨਹੀਂ ਕਿ ਮੈਨੂੰ ਤੁਸੀਂ ਮੱਥੇ ਟੇਕੋ, ਪਰ ਉਹ ਕਹਿੰਦਾ ਕਿ ਮੇਰੇ ਸਾਹਮਣੇ ਵੀ ਤੁਹਾਨੂੰ ਸੰਗਤ ਨੇ ਮੱਥੇ ਟੇਕੇ ਆ। ਤਾਂ ਬਾਬਾ ਜਵਾਲਾ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਅਸੀਂ ਤਾਂ ਹਮੇਸ਼ਾ ਜਦੋਂ ਕਥਾ ਵੀ ਹੋਵੇ ਜਾਂ ਨਾ ਹੋਵੇ, ਕੋਈ ਵੀ ਸਾਨੂੰ ਪ੍ਰੇਮੀ ਮਿਲਦਾ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ ਭਾਈ ਸਾਨੂੰ ਫਤਿਹ ਬੁਲਾਇਆ ਕਰੋ, ਪਰ ਸੰਗਤ ਜਿਹੜੀ ਹੈ ਨਾ ਸਾਨੂੰ ਮੱਲੋ ਮੱਲੀ ਮੱਥਾ ਟੇਕ ਦਿੰਦੀ ਆ, ਉੱਥੇ ਫਿਰ ਅਸੀਂ ਕੀ ਕਰੀਏ। ਤਾਂ ਫਿਰ ਉਹ ਕਹਿਣ ਲੱਗਾ, ਕਹਿੰਦਾ ਜੀ ਇਹ ਤਾਂ ਤੁਹਾਡਾ ਸੁਭਾਅ ਹੈਗਾ, ਤੁਸੀਂ ਦਰਅਸਲ ਚਾਹੁੰਦੇ ਆ ਕਿ ਸੰਗਤ ਸਾਨੂੰ ਮੱਥਾ ਟੇਕੇ, ਬਾਕੀ ਤਾਂ ਤੁਹਾਡੀਆਂ ਬਹਾਨੇਬਾਜ਼ੀਆਂ ਹੈਗੀਆਂ। ਜਦ ਗੁਰਬਖਸ਼ ਸਿੰਘ ਹੁਣਾਂ ਨੇ ਆਪਣੇ ਹੰਕਾਰੀ ਸੁਭਾਅ ਦੇ ਨਾਲ ਜਾਂ ਕੱਟੜ ਸੁਭਾਅ ਦੇ ਨਾਲ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਇਹ ਬਚਨ ਆਖ ਦਿੱਤੇ ਤਾਂ ਫਿਰ ਬਾਬਾ ਜਵਾਲਾ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਦੇਖ ਭਾਈ ਤੂੰ ਇਸ ਦਾ ਕਰ, ਤੂੰ ਸਾਡੇ ਕੋਲ ਰਹਿ ਅਤੇ ਕੋਈ ਵੀ ਸੰਗਤ ਜਿਹੜੀ ਹੈ ਜਦੋਂ ਸਾਨੂੰ ਮੱਥਾ ਟੇਕੇ ਤੂੰ ਉਹਨੂੰ ਇਹ ਕਿਹਾ ਕਰ ਕਿ ਤੂੰ ਇਹਨੂੰ ਮੱਥਾ ਨਹੀਂ ਟੇਕਣਾ। ਜੇ ਤੂੰ ਇਹ ਕਹੂੰਗਾ ਤਾਂ ਅਸੀਂ ਤੇਰੇ ਕਿਸੇ ਗੱਲ ਦਾ ਗੁੱਸਾ ਨਹੀਂ ਕਰਾਂਗੇ ਤਾਂ ਤੂੰ ਉਹਨੂੰ ਫਿਰ ਇਹ ਸਮਝ ਆ ਜਾਊਗੀ ਕਿ ਅਸੀਂ ਮੱਥਾ ਟੇਕਣਾ ਜਾਂ ਨਾ ਟੇਕਣ ਤੋਂ ਕੋਈ ਵੀ ਚੀਜ਼ ਅਸੀਂ ਹਾਸਲ ਨਹੀਂ ਕਰਨੀ ਹੈ। ਜਦ ਇੰਨੀ ਗੱਲ ਹੋਈ ਔਰ ਗੁਰਬਖਸ਼ ਸਿੰਘ ਜਿਹੜਾ ਸੀਗਾ ਹੁਣ ਉਹਨੇ ਸੋਚਿਆ ਵੀ ਮੈਂ ਕਿਵੇਂ ਸਾਰੀ ਉਮਰ ਸੰਤਾਂ ਦੇ ਨਾਲ ਰਹੂੰਗਾ ਤਾਂ ਸੰਗਤ ਨੂੰ ਬਾਰ-ਬਾਰ ਕਹੂੰਗਾ। ਉਹ ਕਹਿਣ ਲੱਗਾ, ਜੀ ਤੁਸੀਂ ਸੰਗਤ ਨੂੰ ਆਪ ਕਿਆ ਕਰੋ, ਤੁਸੀਂ ਮੇਰੇ ਤੋਂ ਕਿਉਂ ਕਹਾਉਂਦੇ ਆ ਕਿ ਮੱਥਾ ਟੇਕੋ। ਤਾਂ ਦੇਖੋ ਬਾਬਾ ਜਵਾਲਾ ਸਿੰਘ ਹੁਣਾਂ ਦੀ ਨਿਮਰਤਾ। ਅਤੇ ਬਾਬਾ ਜੀ ਕਹਿਣ ਲੱਗੇ, ਚੰਗਾ ਭਾਈ ਤੂੰ ਇਸ ਤਰ੍ਹਾਂ ਕਰਿਆ ਕਰ, ਅਗਰ ਕੋਈ ਪ੍ਰੇਮੀ ਸਾਨੂੰ ਮੱਥਾ ਟੇਕੇ ਤੂੰ ਉਸ ਪ੍ਰੇਮੀ ਦਾ ਜੋੜਾ ਲੈ ਕੇ ਸਾਡੇ ਸਿਰ 'ਤੇ ਮਾਰ ਦੇ, ਅਗਰ ਅਸੀਂ ਉਹਦੀ ਗੱਲ ਦਾ ਵੀ ਗੁੱਸਾ ਕਰਾਂਗੇ ਹੈ ਨਾ ਫਿਰ ਤੂੰ ਜਾਣੀ ਕਿ ਅਸੀਂ ਮੱਥਾ ਟੇਕਣ ਤੋਂ ਕੀ ਲੈਣਾ ਹੈਗਾ। ਜਦ ਇਹ ਗੱਲ ਹੋਈ ਤਾਂ ਗੁਰਬਖਸ਼ ਸਿੰਘ ਨੂੰ ਇਹ ਗੱਲ ਜਿਹੜੀ ਸੀਗੀ ਉਹਦੇ ਹਿਰਦੇ ਦੇ ਵਿੱਚ ਐਸੀ ਤੀਰ ਦੇ ਨਾਲ ਵੱਜੀ ਆ ਕਿ ਉਹਦੀ ਜਿਹੜੀ ਸਾਰੀ ਹੈਂਕੜ ਹੰਕਾਰ ਸੀਗਾ, ਜੋ ਅੜੂਪੁਣਾ ਸੀਗਾ ਨਾ, ਉਹ ਸਾਰਾ ਹੀ ਨਿਕਲ ਗਿਆ।
ਤੇ ਬਾਬਾ ਜਵਾਲਾ ਸਿੰਘ ਹੁਣਾਂ ਦੇ ਨਿਮਰਤਾ ਦੇ ਇਹ ਬਚਨ ਸੁਣ ਕੇ ਉਹ ਬਾਬਾ ਜਵਾਲਾ ਸਿੰਘ ਹੁਣਾਂ ਦੇ ਚਰਨਾਂ 'ਤੇ ਲੰਮਾ ਪੈ ਗਿਆ ਸੀਗਾ। ਤੇ ਉਹਨੇ ਫਿਰ ਬਾਬਾ ਜੀ ਨੂੰ ਕਹਿਤਾ ਸੀਗਾ ਕਿ ਮੈਨੂੰ ਬਖਸ਼ ਲਓ, ਮੈਨੂੰ ਨਹੀਂ ਸੀ ਪਤਾ ਕਿ ਤੁਹਾਡੇ ਅੰਦਰ ਵਾਹਿਗੁਰੂ ਜੀ ਦੀ ਜਿਹੜੀ ਮਿੱਠ ਬੋਲਤਾ ਜਿਹੜੀ ਗੁਰਬਾਣੀ ਵਿੱਚ ਵਾ ਉਹ ਅਸਲ ਦੇ ਵਿੱਚ ਮੈਂ ਅੱਜ ਆਪ ਦੇਖੀ ਆ। ਕਿਉਂਕਿ ਗੁਰਬਾਣੀ ਨੂੰ ਜਾਂ ਮਹਾਂਪੁਰਖਾਂ ਨੂੰ ਮੈਂ ਆਪਣੀ ਬਾਹਰਲੀ ਹੰਕਾਰ ਭਰੀ ਦ੍ਰਿਸ਼ਟੀ ਦੇ ਨਾਲ ਹੀ ਦੇਖਦਾ ਰਿਹਾ ਹੈਗਾ, ਪਰ ਅੱਜ ਮੇਰਾ ਜਿਹੜਾ ਸਾਰਾ ਹੰਕਾਰ ਹੈ ਨਾ ਉਹ ਚੂਰ ਚੂਰ ਹੋ ਗਿਆ ਹੈਗਾ। ਇਸੇ ਤਰ੍ਹਾਂ ਚੌਥੀ ਘਟਨਾ ਜਿਹੜੀ ਹੈ ਨਾ ਮਹਾਂਪੁਰਖਾਂ ਦੀ, ਇਹ ਚਮਕੌਰ ਸਾਹਿਬ ਦੀ ਆ। ਬਾਬਾ ਜਵਾਲਾ ਸਿੰਘ ਹੁਣੀ ਦੁਸਹਿਰੇ 'ਤੇ ਚਮਕੌਰ ਸਾਹਿਬ ਜਾ ਕੇ ਅਖੰਡ ਪਾਠ ਸਾਹਿਬ ਕਰਾਉਂਦੇ ਹੁੰਦੇ ਸੀ ਆਪ ਹੱਥੀਂ। ਇਹ ਅਖੰਡ ਪਾਠ ਸਾਹਿਬ ਬਾਬਾ ਜੀ ਆਪ ਹੱਥੀਂ ਕਰਾਉਂਦੇ ਸੀ ਅਤੇ ਜਿਹੜੀ ਪੁਰਾਤਨ ਮਰਜ਼ਾਦਾ ਸੀ ਹੈ ਨਾ ਉਹਦੇ ਨਾਲ ਕਰਾਉਂਦੇ ਹੁੰਦੇ ਸੀਗੇ। ਅਤੇ ਆਪ ਬਾਬਾ ਜੀ 3 ਦਿਨ ਆਪ ਹੱਥੀਂ ਸੰਗਤ ਦੀ ਸੇਵਾ ਕਰਦੇ ਹੁੰਦੇ ਸੀ ਚਮਕੌਰ ਸਾਹਿਬ ਦੇ ਅੰਦਰ। ਇਸੇ ਤਰ੍ਹਾਂ ਬਾਬਾ ਜੀ ਜਿੱਦਣ ਹੈ ਨਾ ਭੋਗ ਹੁੰਦਾ ਸੀਗਾ ਇਸ ਅਖੰਡ ਪਾਠ ਸਾਹਿਬ ਦਾ, ਉਸ ਟਾਈਮ ਜਿੰਨੇ ਵੀ ਨਿਹੰਗ ਸਿੰਘ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਹੈ ਨਾ, ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਰਸ ਅਤੇ ਵਸਤਾਂ ਜਿਹੜੀਆਂ ਸੀਗੀਆਂ ਇਹ ਵੀ ਭੇਟਾ ਕਰਦੇ ਹੁੰਦੇ ਸੀ। ਇਹ ਬਾਬਾ ਜੀ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਖਾਸ ਗੁਰੂ ਘਰ ਦਾ ਪ੍ਰੋਗਰਾਮ ਜਾਂ ਗੁਰੂ ਘਰ ਦਾ ਕੋਈ ਵੀ ਗੁਰਪੁਰਬ ਹੁੰਦਾ ਸੀਗਾ ਉਹਦੇ ਉੱਤੇ ਅਚੇਚੇ ਤੌਰ 'ਤੇ ਨਿਹੰਗ ਸਿੰਘ ਦੀਆਂ ਜਿੰਨੀਆਂ ਜਥੇਬੰਦੀਆਂ ਸੀਗੀਆਂ ਇਹਨਾਂ ਨੂੰ ਰਸਤ ਜਿਹੜੀ ਭੇਟਾ ਬਾਬਾ ਜਵਾਲਾ ਸਿੰਘ ਹੁਣੀ ਆਪ ਕਰਦੇ ਹੁੰਦੇ ਸੀ। ਇੱਕ ਵਾਰੀ ਹੈ ਨਾ ਬਾਬਾ ਜਵਾਲਾ ਸਿੰਘ ਹੁਣੀ ਜਦ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਦੁਸਹਿਰੇ 'ਤੇ ਅਖੰਡ ਪਾਠ ਦੀ ਸੇਵਾ ਇਸ ਤਰ੍ਹਾਂ ਕਰ ਰਹੇ ਸੀ, ਇੱਕ ਪ੍ਰੇਮੀ ਆਇਆ। ਉਸ ਪ੍ਰੇਮੀ ਨੇ ਆ ਕੇ ਹੈ ਨਾ 2 ਹਾਰ ਆਪਣੇ ਹੱਥਾਂ 'ਚ ਫੜੇ ਸੀਗੇ। ਉਹਨੇ ਆ ਕੇ ਜਦ ਮੱਥਾ ਟੇਕਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਇੱਕ ਹਾਰ ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਰੱਖ ਦਿੱਤਾ ਅਤੇ ਦੂਸਰਾ ਜਿਹੜਾ ਹਾਰ ਹੱਥ 'ਚ ਫੜਿਆ ਸੀਗਾ ਉਹ ਬਾਬਾ ਜਵਾਲਾ ਸਿੰਘ ਹੁਣਾਂ ਦੇ ਪਾਤਾ। ਜਦ ਬਾਬਾ ਜਵਾਲਾ ਸਿੰਘ ਹੁਣਾਂ ਦੇ ਗਲ 'ਤੇ ਪਾਇਆ ਅਤੇ ਕੋਲ ਹੈ ਨਾ ਬਾਬਾ ਜਵਾਲਾ ਸਿੰਘ ਹੁਣਾਂ ਦੇ ਉਸ ਟਾਈਮ ਇੱਕ ਨਿਹੰਗ ਸਿੰਘ ਜਿਹੜੇ ਸੀਗੇ ਉਹ ਬੈਠੇ ਹੁੰਦੇ ਸੀ। ਇਹਨਾਂ ਨਿਹੰਗ ਸਿੰਘ ਦਾ ਨਾਂ ਸੀਗਾ ਹੀਰਾ ਸਿੰਘ। ਇਹ ਜਿਹੜੇ ਹੀਰਾ ਸਿੰਘ ਨਿਹੰਗ ਸਿੰਘ ਸੀ ਹੈ ਨਾ, ਇਹ ਜਥੇਦਾਰ ਮੰਗਲ ਸਿੰਘ ਜਿਹੜੇ ਮੇਨ ਸੀਗੇ ਉਹਨਾਂ ਦਾ ਸੇਵਾਦਾਰ ਹੁੰਦਾ ਸੀ ਅਨੰਦਪੁਰ ਸਾਹਿਬ। ਜਦੋਂ ਉਹਨੇ ਦੇਖਿਆ ਵੀ ਬਾਬਾ ਜਵਾਲਾ ਸਿੰਘ ਹੁਣਾਂ ਦੇ ਗਲ ਦੇ ਵਿੱਚ ਇਸ ਪ੍ਰੇਮੀ ਨੇ ਹਾਰ ਪਾਤਾ ਹੈਗਾ, ਇਹ ਦੇਖਦੇ ਸਾਰੀ ਹੈ ਨਾ ਇਹ ਹੀਰਾ ਸਿੰਘ ਜਿਹੜਾ ਸੀ ਇਹ ਅੱਗ ਬਬੂਲਾ ਹੋ ਗਿਆ। ਜਦ ਅੱਗ ਬਬੂਲਾ ਹੋਇਆ ਤੇ ਇਹਨੇ ਹੈ ਨਾ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਜ਼ੋਰ ਜ਼ੋਰ ਦੀ ਕਈ ਇਸ ਤਰ੍ਹਾਂ ਦੇ ਬਚਨ ਜਿਹੜੇ ਸੀ ਨਾ ਕੌੜੇ ਉਹ ਕਹਿਣੇ ਸ਼ੁਰੂ ਕਰ ਦਿੱਤੇ। ਜਦ ਭਰੇ ਦੀਵਾਨ ਦੇ ਵਿੱਚ ਬਚਨ ਬੋਲਣੇ ਸ਼ੁਰੂ ਕਰ ਦਿੱਤੇ, ਪਰ ਬਾਬਾ ਜੀ ਫਿਰ ਚੁੱਪ ਰਹੇ। ਬਾਬਾ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਨੂੰ। ਕਰਦੇ ਖੈਰ ਬਾਬਾ ਜੀ ਜਿਹੜਾ ਸੀ ਇਹ ਪ੍ਰੋਗਰਾਮ ਜਿਹੜਾ ਸੀ ਇਸੇ ਤਰ੍ਹਾਂ ਸ਼ਾਂਤੀ ਨਾਲ ਕਰਦੇ ਬਾਬਾ ਜੀ ਫਿਰ ਉੱਥੋਂ ਚਮਕੌਰ ਸਾਹਿਬ ਤੋਂ ਅਨੰਦਪੁਰ ਸਾਹਿਬ ਆਪਣੇ ਜਥਿਆਂ ਦੇ ਨਾਲ ਪਹੁੰਚੇ, ਸੇਵਾਦਾਰਾਂ ਦੇ ਨਾਲ। ਜਦ ਸੇਵਾਦਾਰਾਂ ਨਾਲ ਪਹੁੰਚੋ, ਇੱਧਰੋਂ ਜਿਹੜਾ ਇਹ ਹੀਰਾ ਸਿੰਘ ਨਿਹੰਗ ਸੀਗਾ ਇਹ ਵੀ ਅਨੰਦਪੁਰ ਸਾਹਿਬ ਪਹੁੰਚ ਗਿਆ। ਜਦ ਪਹੁੰਚਿਆ ਤੇ ਇਹ ਬਚਨ ਕਰਕੇ ਜਿਉਂ ਤੁਰਿਆ ਇਹਨੂੰ ਬੁਖਾਰ ਚੜ੍ਹਨ ਲੱਗ ਪਿਆ। ਇਹਦੀ ਸਿਹਤ ਜਿਹੜੀ ਸੀ ਹੈ ਨਾ ਖਰਾਬ ਹੋਣ ਲੱਗ ਪਈ। ਕਰਦੇ ਜਦੋਂ ਇਹ ਅਨੰਦਪੁਰ ਸਾਹਿਬ ਪਹੁੰਚਿਆ ਆਪਣੇ ਕਮਰੇ ਵਿੱਚ ਤੇ ਇਹਨੂੰ ਇੰਨਾ ਭਾਰੀ ਬੁਖਾਰ ਚੜ੍ਹਿਆ ਕਿ ਇਹਦੀ ਜਿਹੜੀ ਤਬੀਅਤ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਇਹ ਜਿਹੜਾ ਨਿਹੰਗ ਸਿੰਘ ਸੀਗਾ ਇਹ ਬੇਹੋਸ਼ ਹੋ ਕੇ ਮੰਜੇ 'ਤੇ ਡਿੱਗ ਪਿਆ। ਜਦ ਡਿੱਗ ਪਿਆ ਤੇ ਇਹਦੀ ਜਿਹੜੀ ਹੈ ਨਾ ਨਾਮ ਬਚਣ ਦੀ ਹਾਲਤ ਹੋ ਗਈ। ਜਦ ਨਾਮ ਬਚਣ ਦੀ ਹਾਲਤ ਹੋ ਗਈ, ਇੱਧਰ ਬਾਬਾ ਜਵਾਲਾ ਸਿੰਘ ਹੁਣੀ ਜਿਹੜੇ ਸੀਗੇ ਇਹ ਵੀ ਉੱਥੇ ਹੀ ਕੇਸਗੜ੍ਹ ਗੁਰਦੁਆਰੇ ਸਾਹਿਬ ਦੇ ਕੋਲ ਹੀ ਸੇਵਾ ਕਰਨ ਲੱਗ ਪਏ। ਇੱਕ ਕਿਸੇ ਪ੍ਰੇਮੀ ਨੇ ਹੈ ਨਾ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਹੀਰਾ ਸਿੰਘ ਨਿਹੰਗ ਸਿੰਘ ਜੀ ਦੇ ਬਾਰੇ ਦੱਸ ਦਿੱਤਾ ਕਿ ਉਹਨਾਂ ਦੀ ਜਿਹੜੀ ਹਾਲਤ ਵਾ ਉਸ ਟਾਈਮ ਦੀ ਬਹੁਤ ਖਰਾਬ ਹੋ ਗਈ ਚਮਕੌਰ ਸਾਹਿਬ ਦੀ ਗੜੀ ਤੋਂ ਬਾਅਦ, ਅਤੇ ਉਹਨਾਂ ਦੀ ਹਾਲਤ ਇਸ ਟਾਈਮ ਜਿਹੜੀ ਹੈ ਹੁਣ ਮਰਨ ਕਿਨਾਰੇ ਹੋ ਗਈ ਹੈ। ਜਦ ਇੰਨੀ ਹੋਈ ਤਾਂ ਦੇਖੋ ਬਾਬਾ ਜਵਾਲਾ ਸਿੰਘ ਜੀ ਉਸੇ ਟਾਈਮ ਆਪਣੇ ਜਿਹੜੇ ਨਾਲ ਦੇ ਸੇਵਾਦਾਰ ਸੀ ਉਹਨਾਂ ਨੂੰ ਨਾਲ ਲੈ ਕੇ ਸਰਦਾਰ ਹੀਰਾ ਸਿੰਘ ਹੁਣਾਂ ਕੋਲ ਪਹੁੰਚੇ। ਜਦ ਪਹੁੰਚੇ ਤਾਂ ਕੀ ਦੇਖਿਆ, ਹੀਰਾ ਸਿੰਘ ਨਿਹੰਗ ਸਿੰਘ ਜਿਹੜੇ ਸੀ ਇਹ ਮੰਜੇ 'ਤੇ ਬੇਹੋਸ਼ ਪਏ ਸੀ ਤਾਂ ਬਾਬਾ ਜਵਾਲਾ ਸਿੰਘ ਹੁਣਾਂ ਨੇ ਨਾ ਉਸੇ ਟਾਈਮ ਆਪਣੇ ਜਿਹੜੇ ਸੇਵਾਦਾਰ ਸੀ ਇਹਨਾਂ ਨੂੰ ਕਹਿ ਦਿੱਤਾ ਵੀ ਜਲਦੀ ਕਰੋ, ਜਲਦੀ ਕਰਕੇ ਹੈ ਨਾ ਸ਼ਹੀਦੀ ਸੁੱਖੇ ਦੀ ਇੱਕ ਦੇਗ ਤਿਆਰ ਕਰੋ। ਜਦ ਇੰਨੀ ਗੱਲ ਹੋਈ ਇਹਨਾਂ ਦੇ ਸੇਵਾਦਾਰਾਂ ਨੇ ਜਲਦੀ ਹੈ ਨਾ ਸ਼ਹੀਦੀ ਸੁੱਖੇ ਦੀ ਦੇਗ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ 5 ਬਾਣੀਆਂ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜਦ ਦੇਗ ਜਿਹੜੀ ਸੀਗੀ ਇਹ ਸੁੱਖੇ ਵਾਲੀ ਜੀ ਪ੍ਰਸ਼ਾਦ ਇਹ ਤਿਆਰ ਹੋ ਗਿਆ, ਉਸ ਤੋਂ ਬਾਅਦ ਫਿਰ ਅਰਦਾਸਾ ਸੋਧਿਆ। ਜਦ ਅਰਦਾਸਾ ਸੋਧਿਆ ਅਤੇ ਇੱਧਰੋਂ ਜਿਹੜਾ ਹੀਰਾ ਸਿੰਘ ਨਿਹੰਗ ਸੀ ਕਿਉਂਕਿ ਤਾਂ ਬੇਹੋਸ਼ ਪਏ ਸੀ, ਇਹਨਾਂ ਦੇ ਨਾਮ ਬਚਣ ਦੀ ਜਿਹੜੀ ਉਮੀਦ ਸੀਗੀ, ਪਰ ਉਸੇ ਟਾਈਮ ਹੀ ਬਾਬਾ ਜਵਾਲਾ ਸਿੰਘ ਹੁਣਾਂ ਨੇ ਹੈ ਨਾ ਇਹ ਜਿਹੜਾ ਸੀਗਾ ਸੁੱਖੇ ਦੀ ਦੇਗ ਇਹ ਹੀਰਾ ਸਿੰਘ ਨਿਹੰਗ ਨੂੰ ਆਪ ਛਕਾਈ। ਜਿਉਂ ਬਾਬਾ ਜੀ ਨੇ ਹੈ ਨਾ ਇਹ ਦੇਗ ਜਿਹੜੀ ਸੀ ਉਹਨਾਂ ਨੂੰ ਮੂੰਹ ਦੇ ਨਾਲ ਲਾ ਕੇ ਛਕਾਉਣੀ ਸ਼ੁਰੂ ਕਰ ਦਿੱਤੀ ਅਤੇ ਇੱਧਰੋਂ ਹੀਰਾ ਸਿੰਘ ਨਿਹੰਗ ਸਿੰਘ ਦੀਆਂ ਜਿਹੜੀਆਂ ਨਾ ਅੱਖਾਂ ਸੀ ਇਹ ਖੁੱਲ੍ਹਣ ਲੱਗ ਪਈਆਂ। ਹੌਲੀ ਜਦੋਂ ਪੂਰੀ ਦੇਗ ਛਕ ਗਿਆ
ਤੇ ਉਹਦਾ ਜਿਹੜਾ ਵੀ ਸਾਰਾ ਦੁੱਖ ਸੀਗਾ, ਜਿੰਨਾ ਵੀ ਬੁਖਾਰ ਸੀ ਜਾਂ ਜੋ ਵੀ ਅੰਦਰ ਭਾਰੀ ਤਕਲੀਫ ਸੀ ਹੈ ਨਾ, ਦਰਦਾਂ ਰੂਪੀ ਹੁੰਦੀ, ਉਹ ਸਾਰੀ ਦੀ ਸਾਰੀ ਚਲੇ ਗਈ। ਉਹ ਫਿਰ 9/9 ਹੋ ਗਿਆ। ਪਰ ਉਹ ਬਾਬਾ ਜੀ ਜਵਾਲਾ ਸਿੰਘ ਜੀ ਵੱਲ ਦੇਖ ਕੇ ਆਪਣੇ ਮਨ ਹੀ ਮਨ ਅੰਦਰ ਆਪਣੇ ਆਪ ਨੂੰ ਉਹਨੇ ਇੰਨੀ ਸ਼ਰਮਿੰਦਗੀ ਮਹਿਸੂਸ ਕੀਤੀ ਕਿ ਬਾਬਾ ਜਵਾਲਾ ਸਿੰਘ ਹੁਣਾਂ ਦੇ ਉਹਨੇ ਪੈਰ ਫੜ ਲਏ। ਪੈਰ ਫੜ ਕੇ ਕਹਿਣ ਲੱਗਾ ਕਿ ਮੈਂ ਭੁੱਲ ਗਿਆ, ਅਸਲ ਗੱਲ ਮੈਂ ਤੁਹਾਡੀ ਸਮਝ ਨਹੀਂ ਸਕਿਆ। ਕਿਉਂਕਿ ਬ੍ਰਹਮ ਗਿਆਨੀ ਦੀ ਜਿਹੜੀ ਹੈ ਨਾ ਗਤ ਹੈ, ਕਹਿੰਦੇ ਉਹ ਬ੍ਰਹਮ ਗਿਆਨੀ ਜਾਣਦਾ ਹੈਗਾ, ਦੂਸਰਾ ਜਾਣ ਨਹੀਂ ਸਕਦਾ। ਇਸ ਕਰਕੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੀ ਜਿਹੜੀ ਕਿਸੇ ਨੇ ਪਛਾਣਨਾ ਹੋਵੇ, ਉਹ ਸੰਸਾਰ ਪਛਾਣ ਨਹੀਂ ਸਕਦਾ। ਗੁਰਬਾਣੀ ਵਿੱਚ ਬ੍ਰਹਮ ਗਿਆਨੀ ਦੀ ਮਹਿਮਾ ਜੋ ਦਰਸਾਈ ਗਈ ਹੈ ਕਿ ਬ੍ਰਹਮ ਗਿਆਨੀ ਦੀ ਮਹਿਮਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸੋ ਇਹੋ ਜਿਹੇ ਮਹਾਂਪੁਰਖਾਂ ਵਿੱਚੋਂ ਸੰਤ ਬਾਬਾ ਜਵਾਲਾ ਸਿੰਘ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੀ ਸਹਿਣਸ਼ੀਲਤਾ ਅਤੇ ਨਿਮਰਤਾ, ਉਹਨਾਂ ਦੇ ਅੰਦਰ ਇਸ ਤਰ੍ਹਾਂ ਕਹਿ ਲਓ ਕਿ ਉਹਦੇ ਮਹਾਂਪੁਰਖ ਸਹਿਣਸ਼ੀਲਤਾ ਅਤੇ ਨਿਮਰਤਾ ਦੇ ਸਮੁੰਦਰ ਦੇ ਭੰਡਾਰ ਸੀਗੇ। ਸੋ ਇਹ ਜਿੰਨੇ ਵੀ ਮਹਾਂਪੁਰਖ ਪੂਰਨ ਹੋਏ ਆ, ਇਹਨਾਂ ਦੇ ਅੰਦਰ ਇਹੋ ਜਿਹੇ ਕੁਦਰਤ ਨੇ ਆਪਣੇ ਗੁਣ ਭਰੇ ਹੁੰਦੇ ਆ, ਜਿੱਥੋਂ ਇਹਨਾਂ ਦੀ ਜਿਹੜੀ ਨਾ ਪਛਾਣ ਹੈਗੀ ਆ ਉਹ ਬਣਦੀ ਆ। ਇਸੇ ਕਰਕੇ ਇਹਨਾਂ ਮਹਾਂਪੁਰਖ ਨੂੰ ਅਸੀਂ ਅੱਜ ਵੀ ਆਪਣੇ ਹਿਰਦੇ ਦੇ ਵਿੱਚ ਉਸੇ ਤਰ੍ਹਾਂ ਪਿਆਰ ਅਤੇ ਸਤਿਕਾਰ ਨਾਲ ਯਾਦ ਕਰਦੇ ਹਾਂ, ਜਿਵੇਂ ਉਹ ਸੰਗਤਾਂ ਜਿਹੜੀਆਂ ਇਹਨਾਂ ਮਹਾਂਪੁਰਖਾਂ ਦੇ ਹੁੰਦਿਆਂ ਹੋਇਆਂ ਇਹਨਾਂ ਨੂੰ ਪ੍ਰੇਮ ਅਤੇ ਪਿਆਰ ਕਰਦੀਆਂ ਸੀਗੀਆਂ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।